ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲਿਖਤ ਨੰਬਰ 6 ਬੁਰਲੇ ਤੋਂ ਵਿਸ਼ਵ ਯਾਤਰਾ। ਖਾਲਸਾ ਪੰਥ ਦੀ ਮਾਇਆ ਨਾਜ਼ ਹਸਤੀ ਗਿਆਨੀ ਸੰਤ ਸਿੰਘ ਜੀ ਮਸਕੀਨ ਨੇ ਗੁਰਮਤ ਪ੍ਰਚਾਰ ਦੀ ਆਪਣੀ ਯਾਤਰਾ ਬੁਰਲੇ ਤੋਂ ਆਰੰਭ ਕੀਤੀ। ਫਿਰ ਇਹ ਯਾਤਰਾ ਪੜਾਅ ਦਰ ਪੜਾਅ ਹਿੰਦੁਸਤਾਨ ਦੇ ਪਿੰਡਾਂ ਅਤੇ ਸ਼ਹਿਰਾਂ ਨੂੰ ਗੁਰਮਤਿ ਵਿਚਾਰਾਂ ਨਾਲ ਸੁਗੰਧਿਤ ਕਰਦੀ ਹੋਈ ਸਮੁੱਚੇ ਵਿਸ਼ਵ ਨੂੰ ਆਪਣੀ ਸ਼ੋਭ ਪ੍ਰਦਾਨ ਕਰਦੀ ਵਿਸ਼ਵ ਵਿਆਪੀ ਹੋ ਨਿਬੜੀ। ਬੁਰਲਾ ਉੜੀਸਾ ਦਾ ਇੱਕ ਗੁੰਮਨਾਮ ਛੋਟਾ ਜਿਹਾ ਪਿੰਡ ਹੈ। ਸੰਬਲਪੁਰ ਤੋਂ ਕੋਈ 12 ਕਿਲੋਮੀਟਰ ਦੀ ਦੂਰੀ ਤੇ ਘਣੇ ਬਿਰਛਾਂ ਦੇ ਵਿਚਕਾਰ ਵਸਿਆ ਹੋਇਆ। ਮਸਕੀਨ ਜੀ ਦੀ ਪਰਉਪਕਾਰੀ ਜ਼ਿੰਦਗੀ ਦੇ ਮੁੱਢਲੇ ਜਵਾਨੀ ਦੇ ਸਮੇਂ ਦੀ ਗਾਥਾ ਜੇਕਰ ਜਾਣੀਏ ਤਾਂ ਇਸ ਪਿੰਡ ਵਿੱਚ ਮਸਕੀਨ ਜੀ ਦਾ ਸਮਾਂ ਬਤੀਤ ਹੋਇਆ। ਇਸ ਪਿੰਡ ਦੀਆਂ ਛੋਟੀਆਂ-ਛੋਟੀਆਂ ਗਲੀਆਂ ਅਤੇ ਡੰਡੀਆਂ ਨੇ ਵਿਸ਼ਵ ਪ੍ਰਸਿੱਧ ਸ਼ਖਸੀਅਤ ਨੂੰ ਇੱਕ ਮਸਤਾਨੀ ਚਾਲ ਨਾਲ ਆਪਣੇ ਉੱਤੇ ਤੁਰਦਿਆਂ ਹੋਇਆਂ ਵੇਖਿਆ ਹੈ। ਉੜੀਸਾ ਦੀ ਇੱਕ ਪ੍ਰਸਿੱਧ ਨਦੀ ਹੈ ਮਹਾਨਦੀ। ਇਸ ਨਦੀ ਉੱਪਰ ਏਸ਼ੀਆ ਦਾ ਸਭ ਤੋਂ ਲੰਮਾ ਡੈਮ ਹੀਰਾਕੁੰਡ ਬਣਿਆ ਹੋਇਆ ਹੈ। ਇਸ ਡੈਮ ਦੀ ਤਿਆਰੀ ਸਮੇਂ ਬਹੁਤ ਸਾਰੇ ਇੰਜੀਨੀਅਰ ਅਤੇ ਕਿਰਤੀ ਮਨੁੱਖ ਗੁਰਸਿੱਖ ਸਨ, ਜਿਹੜੇ ਪਰਿਵਾਰਾਂ ਸਮੇਤ ਇਸ ਛੋਟੇ ਜਿਹੇ ਪਿੰਡ ਵਿੱਚ ਰਹਿੰਦੇ ਸਨ। ਕੁਝ ਕੁ ਪਰਿਵਾਰ ਦੇਸ਼ ਦੇ ਬਟਵਾਰੇ ਸਮੇਂ ਪਾਕਿਸਤਾਨ ਬਣਨ ਪਿੱਛੋਂ ਉੱਧਰੋਂ ਇੱਥੇ ਆ ਕੇ ਵਸੇ ਸਨ। ਕੁੱਲ ਮਿਲਾ ਕੇ ਉਸ ਸਮੇਂ 25 ਕੁ ਹੀ ਘਰ ਸਨ ਜਦੋਂ ਮਸਕੀਨ ਜੀ ਨੇ ਸੰਨ 1952 ਵਿੱਚ ਇਸ ਪਿੰਡ ਵਿੱਚ ਉਤਾਰਾ ਕੀਤਾ। ਮੋਕੋ ਕੋਏ ਨਾ ਜਾਣਤ ਕਈਅਤ ਦਾਸ ਤੁਮਾਰਾ, ਮਾਰੂ ਮਹੱਲਾ ਪੰਜਵਾਂ, ਗੁਰੂ ਗ੍ਰੰਥ ਸਾਹਿਬ ਦਾ ਪਾਵਨ ਅੰਗ 1005। ਗੁਰੂ ਸਾਹਿਬਾਨ ਦੇ ਬਚਨਾਂ ਮੁਤਾਬਕ ਇਸ ਅਣਜਾਣੇ ਜਿਹੇ ਪਿੰਡ ਵਿੱਚ ਮਸਕੀਨ ਜੀ ਅਸ਼ੋਪਲੇ ਜਿਹੇ ਆ ਟਿਕੇ। ਸ਼ਾਮ ਦੇ ਵਕਤ ਇੱਕ ਬ੍ਰਿਛ ਹੇਠਾਂ ਬੈਠ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਦੇ ਸਦਕਾ ਬਖਸ਼ਿਸ਼ ਨਾਲ ਸੋਧਰ ਸਾਹਿਬ ਰਹਿਰਾਸ ਸਾਹਿਬ ਜੀ ਦਾ ਵਜਦ ਵਿੱਚ ਪਾਠ ਕੀਤਾ। ਸੁਣਨ ਵਾਲਿਆਂ ਨੇ ਧੰਨ ਭਾਗ ਜਾਣੇ ਕਿਸੇ ਗੁਰਸਿੱਖ ਨੇ ਪ੍ਰਸ਼ਾਦਾ ਛਕਾਇਆ ਅਤੇ ਰਹਿਣ ਬਸੇਰਾ ਕਰਵਾਇਆ। ਇਸ ਪਿੰਡ ਅੰਦਰ ਅਜੇ ਤੱਕ ਕੋਈ ਗੁਰਦੁਆਰਾ ਨਹੀਂ ਸੀ। ਮਸਕੀਨ ਜੀ ਨੇ ਪ੍ਰੇਮੀ ਜਨਾਂ ਨੂੰ ਪ੍ਰੇਰਨਾ ਦੇ ਕੇ ਗੁਰਦੁਆਰਾ ਸਾਹਿਬ ਬਣਵਾਇਆ, ਜੋ ਲੋਹੇ ਦੀਆਂ ਟੀਨਾਂ ਪਾ ਕੇ ਹੀ ਬਣਾਇਆ ਗਿਆ ਸੀ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ। ਮਸਕੀਨ ਜੀ ਨੇ ਰੋਜ਼ਾਨਾ ਦਾ ਸਤਸੰਗ ਆਰੰਭ ਕਰਵਾਇਆ। ਆਪ ਜੀ ਗੁਰਬਾਣੀ ਦੇ ਪਾਠ ਉਪਰੰਤ ਸੰਗਤਾਂ ਨੂੰ ਪਹਿਲਾਂ ਥੋੜਾ ਸਮਾਂ ਕੀਰਤਨ ਸਰਵਣ ਕਰਵਾਉਂਦੇ, ਫਿਰ ਕੁਝ ਸਮਾਂ ਕਥਾ। ਬਹੁਤ ਹੀ ਘੱਟ ਪ੍ਰੇਮੀਆਂ ਨੂੰ ਪਤਾ ਹੈ ਕਿ ਮਸਕੀਨ ਜੀ ਪਹਿਲੇ ਪਹਿਲ ਕੀਰਤਨ ਵੀ ਕਰਦੇ ਸਨ। ਇਸ ਤਰ੍ਹਾਂ ਸੰਸਾਰੀ ਜੀਵਨ ਚਲਾਉਣ ਵਾਲਿਆਂ ਨੂੰ ਕਿਰਤ ਦੇ ਨਾਲ ਜੀਵਨ ਸਫਲ ਕਰਨ ਲਈ ਕਰਤਾ ਪੁਰਖ ਜੀ ਦੀ ਕੀਰਤੀ ਦਾ ਲਾਹਾ ਵੀ ਪ੍ਰਾਪਤ ਹੋਣ ਲੱਗ ਪਿਆ। ਇੰਜ ਰੋਜ਼ਾਨਾ ਹੀ ਗੁਰਮਤ ਅਨੁਸਾਰ ਕੀਰਤਨ ਕਥਾ ਦੀ ਸ਼ੈਬਰ ਲੱਗਣ ਲੱਗ ਪਈ। ਮਸਕੀਨ ਜੀ ਸਵੇਰ ਦੇ ਦੀਵਾਨ ਦੀ ਸੰਪੂਰਨਤਾ ਉਪਰੰਤ ਨੇੜੇ ਪਹਾੜ ਉੱਪਰ ਚਲੇ ਜਾਂਦੇ। ਸਾਰਾ ਦਿਨ ਗੁਰਬਾਣੀ ਅਤੇ ਹੋਰ ਸਹਾਇਕ ਪੋਥੀਆਂ ਦਾ ਚਿੰਤਨ ਤੇ ਮੰਥਨ ਕਰਦੇ ਰਹਿੰਦੇ। ਸ਼ਾਮ ਨੂੰ ਵਾਪਸ ਗੁਰਦੁਆਰਾ ਸਾਹਿਬ ਆ ਕੇ ਰਹਿਰਾਸ ਸਾਹਿਬ ਦੇ ਪਾਠ ਉਪਰੰਤ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਵਿੱਚ ਲੱਗ ਜਾਂਦੇ। ਜਦ ਕੋਈ ਯਾਤਰੂ ਅਭਿਆਗਤ ਯਾਤਰਾ ਕਰਦਾ ਉੱਥੇ ਆ ਜਾਂਦਾ ਤਾਂ ਆਪ ਜੀ ਉਸ ਨੂੰ ਵੀ ਪ੍ਰਸ਼ਾਦਾ ਛਕਾਉਂਦੇ। ਰਾਤ ਰਹਿਣ ਲਈ ਬਿਸਤਰੇ ਆਦਿ ਦਾ ਵੀ ਪ੍ਰਬੰਧ ਕਰਦੇ। ਸਵੇਰੇ ਉਸ ਦੇ ਜਾਣ ਸਮੇਂ ਆਪਣੇ ਪਾਸੋਂ ਯਥਾ ਸ਼ਕਤ ਰਾਹ ਖਰਚ ਵੀ ਦੇ ਦਿੰਦੇ। ਸਤਿਗੁਰੂ ਜੀ ਨੇ ਆਪਣੀ ਮਿਹਰ ਨਾਲ ਜਿਹੜੇ ਦੈਵੀ ਗੁਣ ਆਪ ਜੀ ਦੀ ਝੋਲੀ ਪਾਏ ਸਨ, ਉਹਨਾਂ ਚੋਂ ਦਇਆ ਮੁੱਖ ਸੀ। ਵਕਤ ਆਪਣੀ ਰਫਤਾਰ ਨਾਲ ਦਿਨ ਰਾਤ ਦੀ ਬੁਝਾਰਤ ਬਣ ਕੇ ਅਕਾਲ ਪੁਰਖ ਜੀ ਦੇ ਹੁਕਮ ਦਾ ਬੱਧਾ ਗਤੀਸ਼ੀਲ ਰਿਹਾ। ਮਸਕੀਨ ਜੀ ਨੇ ਗੁਰਮੁਖੀ ਅੱਖਰਾਂ ਦੀ ਮਹਾਨਤਾ ਨੂੰ ਜਾਣਦਿਆਂ ਹੋਇਆਂ ਛੋਟੇ ਬੱਚਿਆਂ ਨੂੰ ਗੁਰਮੁਖੀ ਸਿਖਾਉਣ ਦਾ ਉਦਮ ਉਪਰਾਲਾ ਵੀ ਜਾਰੀ ਰੱਖਿਆ। ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਾਠ ਪਠਣ ਲਈ ਗੁਰਮੁਖੀ ਦਾ ਗਿਆਨ ਬਹੁਤ ਲਾਜ਼ਮੀ ਹੈ। ਇਸੇ ਸਮੇਂ ਦੌਰਾਨ ਮਸਕੀਨ ਜੀ ਨੇ ਗੁਰਦੁਆਰਾ ਸਾਹਿਬ ਦੇ ਵਿਹੜੇ ਵਿੱਚ 2 ਛੋਟੇ ਪੌਦੇ ਆਪਣੇ ਕਰ ਕਮਲਾਂ ਦੁਆਰਾ ਲਗਾਏ, ਇੱਕ ਅਮਰੂਦ ਦਾ ਅਤੇ ਦੂਸਰਾ ਜਾਮਨੂ ਦਾ।
ਇਹ ਦੋਵੇਂ ਬੂਟੇ ਵਿਸ਼ਾਲ ਬਿਰਛਾਂ ਦਾ ਰੂਪ ਧਾਰਨ ਕਰ ਚੁੱਕੇ ਹਨ ਅਤੇ ਮਸਕੀਨ ਜੀ ਦੀਆਂ ਬੁਰਲਾ ਨਿਵਾਸੀ ਸੰਗਤਾਂ ਲਈ ਮਹਾਨ ਯਾਦਾਂ ਸਰੂਪ ਹਨ। ਸਮਾਂ ਨਿਰੰਤਰ ਤੌਰ ਤੁਰਦਾ ਹੋਇਆ ਉਸ ਮੁਕਾਮ ਤੇ ਆ ਪੁੱਜਾ ਜਿੱਥੇ ਮਸਕੀਨ ਜੀ ਨੇ ਗੁਰਬਾਣੀ ਦੀ ਗਿਆਨ ਭਰਪੂਰ ਤੇ ਪ੍ਰਭਾਵਸ਼ਾਲੀ ਕਥਾ ਕਰਦਿਆਂ ਇਹ ਮਹਿਸੂਸ ਕਰ ਲਿਆ ਕਿ ਸਤਿਗੁਰੂ ਜੀ ਦੀ ਰਜ਼ਾ ਹੁਣ ਇੱਥੋਂ ਸਾਨੂੰ ਅਗਲੇਰੇ ਸਫ਼ਰਾਂ ਵੱਲ ਤੋਰਨ ਦੀ ਹੈ। ਇਸ ਸਮੇਂ ਮਸਕੀਨ ਜੀ ਦੀ ਸਰੀਰਕ ਉਮਰ ਕਰੀਬਨ 18 ਕੁ ਸਾਲ ਦੀ ਹੀ ਸੀ। ਕਿਰਤ ਨੇ ਅਗਾਂਹ ਧੱਕਾ ਦੇ ਕੇ ਤੋਰ ਲਿਆ। ਸਤਿਗੁਰੂ ਜੀ ਦਾ ਪਾਵਨ ਹੁਕਮ ਹੈ, ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ। ਜਿਵੇਂ ਬੀਜ ਅੰਦਰ ਜੋ ਵਿਸ਼ਾਲਤਾ ਛੁਪੀ ਹੁੰਦੀ ਹੈ ਉਸ ਨੂੰ ਹਰੇਕ ਅੱਖ ਨਾ ਦੇਖ ਸਕਦੀ ਹੈ, ਨਾ ਹੀ ਉਸ ਦੀ ਮਹਾਨਤਾ ਹਰੇਕ ਨੂੰ ਸਮਝ ਆਉਂਦੀ ਹੈ। ਜੌਹਰੀਆਂ ਤੋਂ ਬਿਨਾਂ ਰਤਨਾਂ ਦੀ ਪਛਾਣ ਕਿਸ ਨੇ ਕਰਨੀ ਅਤੇ ਕਿਸ ਨੇ ਉਹਨਾਂ ਦੀ ਕਦਰ ਪਾਉਣੀ ਹੈ। ਗਾਹਕਾਂ ਤੋਂ ਬਿਨਾਂ ਗੁਣਾਂ ਦਾ ਮੁੱਲ ਵੀ ਨਹੀਂ ਪੈਂਦਾ। ਆਮ ਹੀ ਵੇਖਿਆ ਗਿਆ ਹੈ ਕਿ ਦੁਨੀਆ ਅੰਦਰ ਮਹਾਨ ਸ਼ਖਸੀਅਤਾਂ ਨੂੰ ਹਉਮੈ ਗ੍ਰਸਤ ਬਿਰਤੀ ਵਾਲਿਆਂ ਨੇ ਨਾ ਤਾਂ ਪਛਾਣਿਆ ਹੈ ਅਤੇ ਨਾ ਹੀ ਕਦਰ ਪਾਈ ਹੈ। ਮਸਕੀਨ ਜੀ ਦੇ ਨਾਲ ਵੀ ਕੁਝ ਐਸਾ ਹੀ ਹੋਇਆ। ਜਿਹੜੇ ਯਾਤਰੂ ਜਾਂ ਅਭਿਆਗਤ ਗੁਰਦੁਆਰਾ ਸਾਹਿਬ ਵਿਖੇ ਆ ਕੇ ਠਹਿਰਦੇ ਸਨ, ਉਹਨਾਂ ਨੂੰ ਸਾਰੀ ਰਸਤ ਬਸਤ ਲੰਗਰ ਰੂਪ ਵਿੱਚ ਛਕਾ ਦੇਣੀ, ਵਰਤਾ ਦੇਣੀ। ਮਸਕੀਨ ਜੀ ਦਾ ਇਹ ਕਰਤੱਵ ਕਿਸੇ ਪ੍ਰਬੰਧਕ ਨੂੰ ਚੰਗਾ ਨਾ ਲੱਗਿਆ। ਉਸਨੇ ਆਪ ਜੀ ਨੂੰ ਐਸਾ ਨਾ ਕਰਨ ਲਈ ਪ੍ਰਬੰਧਕੀ ਰੋਹਬ ਨਾਲ ਰੋਕਣਾ ਚਾਹਿਆ ਤਾਂ ਆਪ ਜੀ ਦੇ ਨਿਰਮਲ, ਨਿਰਛਲ ਤੇ ਪਰਉਪਕਾਰੀ ਸੁਭਾਅ ਉੱਪਰ ਡਾਢੀ ਸੱਟ ਵੱਜੀ। ਆਪ ਜੀ ਨੇ ਬੁਰਲਾ ਅਸਥਾਨ ਆਪਣੀ ਪਹਿਲੀ ਕਰਮ ਭੂਮੀ ਨੂੰ ਛੱਡਣ ਦਾ ਮਨ ਬਣਾ ਲਿਆ। ਬੇਸ਼ੱਕ ਬਾਕੀ ਪ੍ਰਬੰਧਕਾਂ ਨੇ ਮਸਕੀਨ ਜੀ ਨੂੰ ਨਾ ਜਾਣ ਲਈ ਬੇਨਤੀਆਂ ਕੀਤੀਆਂ, ਪਰ ਹੁਣ ਆਪ ਜੀ ਆਪਣੀ ਕਰਮ ਭੂਮੀ ਨੂੰ ਵਿਸ਼ਾਲ ਕਰਨ ਦਾ ਮਨ ਬਣਾ ਚੁੱਕੇ ਸਨ ਅਤੇ ਨਿਮਰਤਾ ਸਹਿਤ ਪ੍ਰਬੰਧਕਾਂ ਅਤੇ ਸੰਗਤਾਂ ਪਾਸੋਂ ਖਿਮਾ ਮੰਗ ਕੇ ਅਗਲੇਰੀ ਮੰਜ਼ਿਲ ਵੱਲ ਤੁਰ ਪਏ। ਆਪ ਜੀ ਦਾ ਮਿਲਾਪ ਇਸ ਸਮੇਂ ਨਿਰਮਲੇ ਮਹਾਤਮਾ ਬਾਬਾ ਬਲਵੰਤ ਸਿੰਘ ਜੀ ਨਾਲ ਹੋਇਆ, ਜਿਨ੍ਹਾਂ ਨੇ ਗੁਰਮਤਿ ਦੀਆਂ ਗਹਿਰਾਈਆਂ ਨੂੰ ਸਮਝਣ ਦੀ ਮਸਕੀਨ ਜੀ ਦੀ ਚਾਹਤ ਨੂੰ ਥਾਪੜਾ ਦੇ ਕੇ ਨਿਵਾਜਿਆ। ਇਸੇ ਲਈ ਮਸਕੀਨ ਜੀ ਕਥਾ ਕਰਦਿਆਂ ਬਾਬਾ ਬਲਵੰਤ ਸਿੰਘ ਜੀ ਦਾ ਨਾਮ ਬਹੁਤ ਹੀ ਅਦਬ ਸਹਿਤ ਲਿਆ ਕਰਦੇ ਸਨ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ ਨੂੰ ਆਪ ਜੀ ਨੇ ਸਮੁੱਚੇ ਸੰਸਾਰ ਅੰਦਰ ਦ੍ਰਿੜ ਕਰਵਾਇਆ। ਆਪਣੇ ਜੀਵਨ ਨੂੰ ਗੁਰੂ ਚਰਨਾਂ ਵਿੱਚ ਸਮਰਪਿਤ ਕਰ ਦਿੱਤਾ। ਸਤਿਗੁਰੂ ਜੀ ਨੇ ਉਹਨਾਂ ਨੂੰ ਸਾਰੀਆਂ ਦਾਤਾਂ ਨਾਲ ਨਿਵਾਜਿਆ। ਮਸਕੀਨ ਜੀ ਦੀ ਰਸਨਾ ਤੇ ਬੈਠ ਕੇ ਆਪਣੀ ਮਹਿਮਾ ਕਰਵਾਈ। ਗੁਰਮਤਿ ਦਾ ਪ੍ਰਕਾਸ਼ ਭਾਵ ਗਿਆਨ ਹਰੇਕ ਪ੍ਰਾਣੀ ਨੂੰ ਸਹਿਜੇ ਹੀ ਪ੍ਰਾਪਤ ਹੋਇਆ। ਸੰਨ 1999 ਈਸਵੀ ਨੂੰ ਖਾਲਸਾ ਪੰਥ ਦੀ ਤੀਸਰੀ ਸ਼ਤਾਬਦੀ ਸਮੇਂ ਪੰਜਾਬ ਤੋਂ ਬਾਹਰ ਹਿੰਦੁਸਤਾਨ ਵਿੱਚ ਵਸਦੇ ਗੁਰਸਿੱਖਾਂ ਅੰਦਰ ਸਿੱਖੀ ਚੇਤਨਾ ਨੂੰ ਪ੍ਰਚੰਡ ਕਰਨ ਵਾਸਤੇ ਮਸਕੀਨ ਜੀ ਵਿਸ਼ਵ ਸਿੱਖ ਪ੍ਰਚਾਰਕ ਸੰਸਥਾ ਦੇ ਮੁਖੀ ਵਜੋਂ ਪ੍ਰਚਾਰਕਾਂ ਅਤੇ ਰਾਗੀਆਂ ਨੂੰ ਨਾਲ ਲੈ ਕੇ ਦੇਸ਼ ਦੇ ਪ੍ਰਾਂਤਾਂ ਦੀਆਂ ਰਾਜਧਾਨੀਆਂ ਅਤੇ ਵੱਡੇ ਵੱਡੇ ਸ਼ਹਿਰਾਂ ਅੰਦਰ ਉਲੀਕੇ ਹੋਏ ਪ੍ਰੋਗਰਾਮ ਅਨੁਸਾਰ ਪਹੁੰਚੇ। ਇਸੇ ਸਮੇਂ ਦੌਰਾਨ ਸਾਨੂੰ ਪਹਿਲੀ ਵਾਰ ਮਸਕੀਨ ਜੀ ਦੇ ਪਹਿਲੇ ਕਰਮ ਭੂਮੀ ਅਸਥਾਨ ਬੁਰਲਾ ਵਿਖੇ ਪਹੁੰਚਣ ਦਾ ਸੁਭਾਗ ਮਿਲਿਆ। ਸਾਡੇ ਵਾਸਤੇ ਇਹ ਛੋਟਾ ਜਿਹਾ ਪਿੰਡ ਵਿਸ਼ੇਸ਼ ਖਿੱਚ ਦਾ ਕੇਂਦਰ ਬਣਿਆ ਹੋਇਆ ਸੀ, ਜਿੱਥੋਂ ਜਵਾਨੀ ਦੀ ਦਹਲੀਜ਼ ਤੇ ਕਦਮ ਰੱਖਦਿਆਂ ਪੰਥ ਦੀ ਇਸ ਅਜ਼ੀਮ ਸ਼ਖਸੀਅਤ ਨੇ ਗੁਰਮਤਿ ਪ੍ਰਚਾਰ ਦੇ ਅਤ ਔਖੇ ਕਾਰਜ ਨੂੰ ਆਰੰਭ ਕੀਤਾ ਸੀ। ਬੁਰਲੇ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਬਹੁਤ ਸੁੰਦਰ ਹੁਣ ਬਣ ਚੁੱਕੀ ਸੀ। ਹੁਣ ਗੁਰਦੁਆਰਾ ਸਾਹਿਬ ਦਾ ਨਾਮ ਸ੍ਰੀ ਗੁਰੂ ਸਿੰਘ ਸਭਾ ਬੁਰਲਾ ਹੈ। ਮੌਜੂਦਾ ਗੁਰੂ ਘਰ ਦੇ ਪ੍ਰਬੰਧਕਾਂ ਅਤੇ ਸੰਗਤਾਂ ਦੇ ਹਿਰਦਿਆਂ ਅੰਦਰ ਮਸਕੀਨ ਜੀ ਦੀ ਆਮਦ ਨੂੰ ਵੇਖ ਕੇ ਕੋਈ ਖਾਸ ਤਰ੍ਹਾਂ ਦਾ ਉਮਾਹ ਤੇ ਉਤਸ਼ਾਹ ਸੀ, ਕਿਉਂਕਿ ਮਸਕੀਨ ਜੀ ਆਪਣੇ ਪੁਰਾਣੇ ਅਸਥਾਨ ਬੁਰਲੇ ਆ ਰਹੇ ਸਨ। ਸਤਿਗੁਰੂ ਜੀ ਨੇ ਸੰਸਾਰ ਅੰਦਰ ਮਸਕੀਨ ਜੀ ਦਾ ਨਾਮਣਾ ਆਪਣੀ ਮਿਹਰ ਨਾਲ ਬਹੁਤ ਉੱਚਾ ਕਰ ਦਿੱਤਾ ਸੀ। ਪ੍ਰਬੰਧਕ ਸੱਜਣ ਸਤਿਕਾਰ ਸਾਹਿਤ ਕਾਫਲੇ ਦੇ ਰੂਪ ਵਿੱਚ ਰਾਏਪੁਰ ਤੋਂ ਮਸਕੀਨ ਜੀ ਨੂੰ ਲੈਣ ਪਹੁੰਚੇ। ਗੁਰਫਤਿਹ ਦੀ ਸਾਂਝ ਉਪਰੰਤ ਸਭਨਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਆਪ ਜੀ ਬੁਰਲੇ ਵਿਖੇ ਚਰਨ ਪਾਓ ਅਤੇ ਸੰਗਤਾਂ ਨੂੰ ਸਤਿਗੁਰੂ ਜੀ ਦੀ ਬਾਣੀ ਦੀ ਕਥਾ ਸਰਵਣ ਕਰਵਾਓ। ਤਦ ਮਸਕੀਨ ਜੀ ਨੇ
ਆਪਣੇ ਮਿੱਠ ਬੋਲੜੇ ਸੁਭਾਅ ਅਨੁਸਾਰ ਪ੍ਰਬੰਧਕਾਂ ਦਾ ਮਨ ਮੋਹਿੰਦਿਆਂ ਹੋਇਆਂ ਕਿਹਾ, ਅਗਰ ਤੁਸੀਂ ਨਾ ਵੀ ਬੁਲਾਉਂਦੇ ਤਾਂ ਵੀ ਅਸੀਂ ਜ਼ਰੂਰ ਆਉਣਾ ਸੀ। ਮੈਂ ਬੁਰਲੇ ਛੋਟੀ ਜਿਹੀ ਉਮਰ ਵਿੱਚ ਆਇਆ ਸਾਂ, ਉਦੋਂ ਮੈਨੂੰ ਦਾੜੀ ਆ ਹੀ ਰਹੀ ਸੀ। ਫਿਰ ਮਸਕੀਨ ਜੀ ਉਹਨਾਂ ਨਾਲ ਗੱਡੀ ਵਿੱਚ ਬੈਠ ਗਏ। ਇੱਕ ਖਾਲਸੀ ਜਾਹੋ ਜਲਾਲ ਨਾਲ ਪ੍ਰਬੰਧਕ ਸੱਜਣ ਜੈਕਾਰੇ ਗਜਾਉਂਦੇ ਜਾ ਰਹੇ ਸਨ। ਮਸਕੀਨ ਜੀ ਦੇ ਪਿਆਰ ਵਿੱਚ ਪ੍ਰਬੰਧਕੀ ਸੱਜਣਾਂ ਨੇ ਗੁਰਦੁਆਰਾ ਸਾਹਿਬ ਦੇ ਖੱਬੇ ਪਾਸੇ ਯਾਤਰੂਆਂ ਦੇ ਠਹਿਰਨ ਵਾਸਤੇ 2 ਸੁੰਦਰ ਕਮਰੇ ਬਣਾਏ ਹਨ, ਜਿਨ੍ਹਾਂ ਅੰਦਰ 8 ਬੈੱਡ ਲਗਾਏ ਹਨ। ਬਹੁਤ ਸੁੰਦਰ ਇੰਤਜ਼ਾਮ ਹੈ। ਇਹਨਾਂ ਕਮਰਿਆਂ ਦੇ ਬਾਹਰ-ਵਾਰ ਮਸਕੀਨ ਨਵਾਸ ਦੀ ਤਖਤੀ ਲਗਵਾਈ ਹੋਈ ਹੈ। ਕੋਈ 15 ਕੁ ਸਾਲਾਂ ਤੋਂ ਇਹ ਮਸਕੀਨ ਨਿਵਾਸ ਉਹਨਾਂ ਬਣਾਇਆ ਹੋਇਆ ਹੈ, ਜੋ ਕਿ ਸਿਆਣੇ ਪ੍ਰਬੰਧਕਾਂ ਅਤੇ ਸੰਗਤਾਂ ਦਾ ਮਸਕੀਨ ਜੀ ਪ੍ਰਤੀ ਪਿਆਰ ਦਾ ਪ੍ਰਗਟਾਵਾ ਹੈ। ਮਸਕੀਨ ਜੀ ਬੁਰਲੇ ਪਹੁੰਚੇ। ਸੰਗਤਾਂ ਦਾ ਪਿਆਰ ਡੁੱਲ ਪੈਂਦਾ ਨਜ਼ਰ ਹੀ ਆਇਆ। ਆਪ ਜੀ ਨੇ ਆਪਣੇ ਹੱਥਾਂ ਨਾਲ ਲਗਾਏ ਹੋਏ ਅਮਰੂਦ ਅਤੇ ਜਾਮਨੂੰ ਦੇ ਬੂਟੇ ਨੂੰ ਬਹੁਤ ਲੰਬੇ ਅਰਸੇ ਬਾਅਦ ਬੜੀ ਹੀ ਭਾਵਪੂਰਤ ਦ੍ਰਿਸ਼ਟੀ ਨਾਲ ਦੇਖਿਆ। ਇੱਕ ਪ੍ਰੇਮੀ ਨੇ ਉਸ ਸਮੇਂ ਅਮਰੂਦ ਦੇ ਲੱਗੇ ਹੋਏ ਫਲ ਤੋੜੇ। ਮਸਕੀਨ ਜੀ ਸਮੇਤ ਸਾਰਿਆਂ ਨੇ ਥੋੜਾ ਫਲ ਛਕਿਆ। ਅੱਜ ਆਪਣੇ ਪ੍ਰਚਾਰ ਵਹੀਰ ਨਾਲ ਮਸਕੀਨ ਜੀ ਬੁਰਲਾ ਨਿਵਾਸੀਆਂ ਨੂੰ ਨਿਹਾਲ ਕਰ ਰਹੇ ਸਨ। ਸੰਗਤਾਂ ਨੇ ਆਪਣੇ ਵਡਭਾਗ ਜਾਣੇ। ਕਥਾ ਕੀਰਤਨ ਦਾ ਲਾਹਾ ਮਾਣ ਕੇ ਆਤਮਿਕ ਖੁਸ਼ੀਆਂ ਮਾਣੀਆਂ। ਇੰਜ ਬੁਰਲਾ ਨਿਵਾਸੀਆਂ ਪਾਸੋਂ ਮਸਕੀਨ ਜੀ ਪਿਆਰ ਭਰੀ ਵਿਦਾਇਗੀ ਲੈ ਕੇ ਅਗਲੇਰੇ ਪ੍ਰੋਗਰਾਮ ਲਈ ਆਪਣੇ ਕਾਫਲੇ ਸਮੇਤ ਰਵਾਨਾ ਹੋ ਗਏ। ਮਸਕੀਨ ਜੀ ਹੁਣ ETC ਪੰਜਾਬੀ ਚੈਨਲ ਰਾਹੀਂ ਘਰ ਗੁਰਸੰਗਤਾਂ ਨੂੰ ਗੁਰੂ ਜੀ ਦੀ ਕਥਾ ਸੁਣਾਉਣ ਲੱਗ ਪਏ। ਗੁਰਮਤਿ ਹਿਤੈਸ਼ੀਆਂ ਅਤੇ ਅਕਾਲ ਪੁਰਖ ਜੀ ਦੇ ਪਿਆਰਿਆਂ ਲਈ ਇਹ ਇੱਕ ਮਹਾਨ ਖੁਸ਼ ਨਸੀਬੀ ਸੀ। ਦੂਰ ਦੁਰਾਡੇ ਦੇਸ਼ਾਂ 'ਚ ਵਸਦੇ ਗੁਰਸਿੱਖ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਤੋਂ ਬਾਅਦ ਮਸਕੀਨ ਜੀ ਦੀ ਕਥਾ ਦੀ ਬੜੀ ਬੇਤਾਬੀ ਨਾਲ ਉਡੀਕ ਕਰਨ ਲੱਗ ਪੈਂਦੇ। ਫਿਰ ਮਸਕੀਨ ਜੀ ਅਨੇਕਾਂ ਦਲੀਲਾਂ ਅਤੇ ਹਵਾਲਿਆਂ ਪ੍ਰਮਾਣਾਂ ਰਾਹੀਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਗੁਰ ਇਤਿਹਾਸ ਸਿੱਖ ਇਤਿਹਾਸ ਦੀ ਵਿਸ਼ਵ ਵਿਆਪੀ ਮਹਾਨਤਾ ਨੂੰ ਜਗਤ ਸਾਹਮਣੇ ਰੱਖਦੇ। ਅਨਮਤਾਂ ਦੇ ਧਾਰਨੀ ਵੀ ਸੁਣ ਕੇ ਅਸ਼ ਕਰ ਉੱਠਦੇ। ਕਿਸੇ ਵੀ ਵਿਚਾਰ ਨੂੰ ਸਿੱਧ ਕਰਨ ਵਾਸਤੇ ਉਹਨਾਂ ਪਾਸ ਦਲੀਲਾਂ ਦੇ ਅੰਬਾਰ ਸਨ। ਉਰਦੂ ਫਾਰਸੀ ਦੇ ਸ਼ੇਅਰਾਂ ਦਾ ਮਹਾਨ ਭੰਡਾਰ ਸੀ। ਭਾਈ ਗੁਰਦਾਸ ਜੀ ਅਤੇ ਭਾਈ ਨੰਦ ਲਾਲ ਜੀ ਦੇ ਗੁਰੂ ਪਿਆਰ, ਸਿੱਖੀ ਸਿਦਕ ਅਤੇ ਗੁਰਮਤਿ ਰਮਜ਼ਾਂ ਦੇ ਖੁਲਾਸੇ ਦੇ ਕਾਵਿ ਰੂਪ ਵਿੱਚ ਅਮੁੱਕ ਖਜ਼ਾਨੇ ਸਨ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗੰਮੀ ਬਾਣੀ ਦੀ ਅਨੋਖੀ ਗੂੜ ਗੁਹਜਤਾ ਪ੍ਰਾਪਤ ਸੀ। ਇਹ ਸੱਚ ਹੈ ਕਿ ਕਥਾ ਦੀ ਸੇਵਾ ਆਪ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਪਾਸੋਂ ਕਿਰਪਾ ਕਰਕੇ ਲੈ ਰਹੇ ਸਨ। ਮਸਕੀਨ ਜੀ ਕਥਾ ਦਾ ਨਿਰੰਤਰ ਵਗਦਾ ਦਰਿਆ ਸਨ। ਜ਼ਿੰਦਗੀ ਦੇ ਆਖਰੀ ਸਾਲਾਂ 'ਚ ਆਪ ਜੀ ਸਰੀਰਕ ਥਕੇਵੇਂ ਅਤੇ ਨੀਂਦ ਦੇ ਸਮੇਂ ਨੂੰ ਵੀ ਪਰੇ ਕਰਕੇ ਦਿਨ ਵਿੱਚ 4-4 ਵਾਰ ਘੰਟਿਆਂ ਬੱਧੀ ਕਥਾ ਸਰਵਣ ਕਰਾਉਂਦੇ ਸਨ। ਉਹਨਾਂ ਦੀਆਂ ਸਰੀਰਕ ਖੇਚਲਾਂ ਨੂੰ ਸਾਹਮਣੇ ਰੱਖਦਿਆਂ ਜੇਕਰ ਕੋਈ ਸੇਵਾਦਾਰ ਕਹਿ ਦਿੰਦਾ ਕਿ ਆਪ ਜੀ ਸਰੀਰ ਨੂੰ ਹੋਰ ਖੇਚਲਾਂ ਨਾ ਦਿਓ, ਤਾਂ ਆਪ ਜੀ ਦੇ ਬੋਲ ਹੁੰਦੇ ਕਿ ਮੇਰਾ ਦਿਲ ਨਹੀਂ ਕਰਦਾ ਕਿ ਕੋਈ ਮੈਥੋਂ ਗੁਰੂ ਜੀ ਦੀ ਕਥਾ ਸੁਣਨੋਂ ਨਿਰਾਸ਼ਾ ਰਹੇ। ਇਹ ਦਾਤ ਤਾਂ ਸਤਿਗੁਰ ਜੀ ਦੀ ਹੈ ਤੇ ਇਹ ਦਾਤ ਸੰਗਤਾਂ ਤੱਕ ਪਹੁੰਚਾਉਂਦੇ ਹੋਏ ਮਸਕੀਨ ਜੀ ਅਚਾਨਕ 18 ਫਰਵਰੀ ਸਨ 2005 ਈਸਵੀ ਨੂੰ ਇਟਾਵਾ UP ਵਿਖੇ ਸੰਗਤਾਂ ਪਾਸੋਂ ਵਿਦਾ ਹੋ ਗਏ। ਉਸ ਦੁਨੀਆ ਵੱਲ ਜੋ ਗੁਰੂ ਪਿਆਰਿਆਂ ਪ੍ਰਭੂ ਘਰ ਪਰਵਾਨਿਆਂ ਦੀ ਆਪਣੀ ਦੁਨੀਆ ਹੈ, ਅਣਡਿੱਠੀ ਦੁਨੀਆ ਹੈ, ਜਿੱਥੇ ਪਹੁੰਚਿਆਂ ਨੂੰ ਪਰਮਾਤਮਾ ਥਾਪੜਾ ਦਿੰਦਾ ਹੈ। ਰੇ ਦਰਗਾਹ ਕਹੈ ਨ ਕੋਊ, ਆਓ ਬੈਠ ਆਦਰ ਸ਼ੁਭ ਦੇਊ। ਉਹ ਦੁਨੀਆ ਜਿਸ ਅੰਦਰ ਪਹੁੰਚਣ ਵਾਲਿਆਂ ਨੂੰ ਦਰਗਾਹੀ ਨਵਾਜ਼ਿਸ਼ਾਂ ਨਾਲ ਨਿਵਾਜਿਆ ਜਾਂਦਾ ਹੈ। ਸਤਿਗੁਰ ਜੀ ਦਾ ਜਪਜੀ ਸਾਹਿਬ ਅੰਦਰ ਅਮੁੱਲ ਬਚਨ ਹੈ, ਤਿੱਥੈ ਸੋਹਨ ਪੰਚ ਪਰਵਾਨ, ਨਦਰੀ ਕਰਮ ਪਵੈ ਨਿਸ਼ਾਨ। ਉਹਨਾਂ ਦੇ ਅਕਾਲ ਚਲਾਣੇ ਦੀ ਖਬਰ ਸਮੁੱਚੇ ਪੰਥ ਅਤੇ ਗੁਰ ਗਿਆਨ ਦੇ ਅਭਿਲਾਸ਼ੀਆਂ ਵਾਸਤੇ ਅਸਹਿ ਸੀ। ਜਿਵੇਂ ਬਿਜਲੀ ਦਾ ਬਹੁਤ ਵੱਡਾ ਬਲਬ ਜਗ ਰਿਹਾ ਹੋਵੇ ਅਤੇ ਜਿਸ ਦੀ ਰੋਸ਼ਨੀ ਵਿੱਚ ਸਭ ਕੁਝ ਲੱਭਦਾ ਹੋਵੇ, ਅਚਾਨਕ ਖਾਮੋਸ਼ ਹੋ ਜਾਵੇ ਤਾਂ ਸਭ ਕੁਝ ਹੁੰਦਿਆਂ ਵੀ ਅੱਖਾਂ ਚੁੰਧਿਆ ਜਾਂਦੀਆਂ ਹਨ। ਨਾ ਕੁਝ ਲੱਭਦਾ ਹੈ ਅਤੇ ਨਾ ਹੀ ਕੁਝ ਸੁੱਝਦਾ ਹੈ। ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਜੀ ਦੇ ਅੰਦਰੋਂ
ਕੀਰਤਨ ਦੀ ਧੁਨ ਵੈਰਾਗਮਈ ਬਣ ਕੇ ਸੰਗਤਾਂ ਨੂੰ ਸੁਣਾਈ ਦੇਣ ਲੱਗੀ। ਸਮੁੱਚੇ ਸੰਸਾਰ ਅੰਦਰ ਗੁਰੂ ਭਾਣੇ ਦੇ ਆਲਮ ਵਿੱਚ ਵਿਚਰਦੇ ਗੁਰਸਿੱਖ ਮਸਕੀਨ ਜੀ ਪ੍ਰਤੀ ਆਪਣੇ ਪਿਆਰ ਨੂੰ ਨਾ ਛੁਪਾ ਸਕੇ ਅਤੇ ਨਾ ਰੋਕ ਸਕੇ। ਮਸਕੀਨ ਜੀ ਪ੍ਰਤੀ ਗੁਰਸਿੱਖਾਂ ਦਾ ਪਿਆਰ ਹੰਝੂਆਂ ਦੀਆਂ ਝਲਾਰਾਂ ਬਣ ਕੇ ਆਪ ਮੁਹਾਰੇ ਵਹਿ ਤੁਰਿਆ। ਸਤਿਗੁਰੂ ਜੀ ਦੇ ਪਿਆਰ ਵਾਲਿਆਂ ਅੰਦਰੋਂ ਇੱਕ ਪਿਆਰ ਭਰੀ ਆਵਾਜ਼ ਸੁਣਨ ਨੂੰ ਮਿਲਦੀ ਕਿ ਇਸ ਸਮੇਂ ਮਸਕੀਨ ਜੀ ਦੀ ਪੰਥ ਨੂੰ ਬਹੁਤ ਲੋੜ ਸੀ, ਪਰ ਵਾਹਿਗੁਰੂ ਜੀ ਦੇ ਭੇਦ ਉਹ ਆਪ ਹੀ ਜਾਣਦਾ ਹੈ। ਸਮੁੱਚੇ ਪੰਥ ਨੂੰ ਹੁਕਮ ਰਜ਼ਾਈ ਅਵਸਥਾ ਬਣਾਈ ਰੱਖਣ ਦੀ ਲੋੜ ਸੀ ਤੇ ਸਦਾ ਹੈ। ਗੁਰੂ ਜੀ ਦਾ ਪਾਵਨ ਫਰਮਾਨ ਹੈ, ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰ ਰਿਹਾ। ਮੇਰੇ ਹਿਰਦੇ ਅੰਦਰ ਤੜਪ ਬਣੀ ਕਿ ਬੁਰਲੇ ਉੜੀਸਾ ਵਿਖੇ ਜਾ ਕੇ ਦੁਬਾਰਾ ਉਸ ਅਸਥਾਨ ਦੇ ਦਰਸ਼ਨ ਕੀਤੇ ਜਾਣ, ਜਿੱਥੇ ਗੁਰਮਤਿ ਵਿਦਿਆ ਮਾਰਤੰਡ ਪੰਥ ਰਤਨ ਗਿਆਨੀ ਸੰਤ ਸਿੰਘ ਜੀ ਮਸਕੀਨ ਨੇ ਆਪਣੀ ਪਰ ਉਪਕਾਰੀ ਜ਼ਿੰਦਗੀ ਦੇ ਬਹੁਤ ਹੀ ਕੀਮਤੀ ਦਿਨ ਬਤੀਤ ਕੀਤੇ। ਕਿਸੇ ਪੁਰਾਣੇ ਪ੍ਰਬੰਧਕ ਜਾਂ ਪ੍ਰੇਮੀ ਸੰਗਤਾਂ ਚੋਂ ਕੋਈ ਬਜ਼ੁਰਗ ਮਿਲ ਜਾਵੇ, ਮੈਂ ਉਸ ਪਾਸੋਂ ਮਸਕੀਨ ਜੀ ਬਾਰੇ ਕੁਝ ਸੁਣ ਕੇ ਸੰਗਤਾਂ ਦੀ ਭੇਟ ਕਰਾਂ। ਮੇਰੀ ਤਮੰਨਾ ਸਤਿਗੁਰੂ ਜੀ ਨੇ ਪੂਰੀ ਕਰ ਦਿੱਤੀ। ਸੰਬਲਪੁਰ ਨਿਵਾਸੀ ਪ੍ਰੇਮੀ ਸੱਜਣਾ ਨੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਦੇ ਸਬੰਧ ਵਿੱਚ ਬੁਲਾ ਲਿਆ। ਬੁਰਲਾ ਸੰਬਲਪੁਰ ਦੇ ਨਾਲ ਹੀ ਸੀ। ਸੰਬਲਪੁਰ ਗੁਰਦੁਆਰਾ ਸਾਹਿਬ ਤੋਂ ਬੁਰਲੇ ਜਦ ਪਹੁੰਚਿਆ ਤਾਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੇ ਮੌਜੂਦਾ ਮੁਖੀ ਸੱਜਣ ਬਹੁਤ ਆਦਰ ਭਾਵ ਨਾਲ ਮਿਲੇ। ਉਹਨਾਂ ਵਿੱਚ ਭਾਈ ਸੁਰਿੰਦਰ ਸਿੰਘ ਜੀ ਕਾਬਲੀ ਪ੍ਰਧਾਨ, ਭਾਈ ਗੁਰਦੇਵ ਸਿੰਘ ਕੈਸ਼ੀਅਰ, ਭਾਈ ਅਵਤਾਰ ਸਿੰਘ ਕੌੜਾ ਸਕੱਤਰ, ਭਾਈ ਗੁਰਬਖਸ਼ ਸਿੰਘ ਐਗਜ਼ੈਕਟਿਵ ਮੈਂਬਰ। ਭਾਈ ਸੁਰਿੰਦਰ ਸਿੰਘ ਕਾਬਲੀ ਪ੍ਰਧਾਨ ਜੀ ਨੇ ਬੜੇ ਫਖਰ ਨਾਲ ਮੈਨੂੰ ਦੱਸਿਆ ਕਿ ਮੈਂ ਗੁਰਮੁਖੀ ਗਿਆਨੀ ਸੰਤ ਸਿੰਘ ਜੀ ਮਸਕੀਨ ਪਾਸੋਂ ਹੀ ਪੜ੍ਹੀ ਸੀ। ਉਦੋਂ ਮੈਂ ਬਾਲ ਅਵਸਥਾ ਵਿੱਚ ਸੀ। ਫਿਰ ਪ੍ਰਬੰਧਕੀ ਸੱਜਣ ਮੈਨੂੰ ਪਿੰਡ ਦੀ ਇੱਕੋ ਇੱਕ ਬਜ਼ੁਰਗ ਔਰਤ ਪਾਸ ਲੈ ਗਏ, ਜਿਸ ਦੀ ਉਮਰ 100 ਸਾਲ ਤੋਂ ਕੁਝ ਉੱਪਰ ਹੈ ਅਤੇ ਜਿਸ ਨੂੰ ਮਸਕੀਨ ਜੀ ਦੇ ਬੁਰਲਾ ਵਿਖੇ ਰਹਿਣ ਦੇ ਵਾਕਿਆਤ ਯਾਦ ਹਨ। ਭਾਵੇਂ ਮਾਤਾ ਜੀ ਦੇ ਕੰਨਾਂ ਦੀ ਸਰੋਤ ਕੁਝ ਘਟ ਗਈ ਸੀ, ਪਰ ਨਜ਼ਰ ਤੇ ਯਾਦਦਾਸ਼ਤ ਕਾਇਮ ਸੀ। ਮਾਤਾ ਜੀ ਦਾ ਨਾਮ ਲੀਲਾਵਤੀ ਸੀ। ਮਾਤਾ ਜੀ ਕਹਿਣ ਲੱਗੇ ਕਿ ਮਸਕੀਨ ਜੀ ਬੜੀ ਨੇਕ ਆਤਮਾ ਸਨ। ਪਰਉਪਕਾਰੀ ਸੁਭਾਅ ਉਹਨਾਂ ਨੂੰ ਧੰਨ ਗੁਰੂ ਨਾਨਕ ਦੇਵ ਜੀ ਨੇ ਸ਼ੁਰੂ ਤੋਂ ਹੀ ਬਖਸ਼ਿਆ ਸੀ। ਫਿਰ ਅੱਗੇ ਕਹਿਣ ਲੱਗੇ ਕਿ ਇੱਕ ਦਿਨ ਮੈਂ ਦਾਣੇ ਪੀਪੇ ਵਿੱਚ ਪਾ ਕੇ ਚੱਕੀ ਤੇ ਆਟਾ ਪਿਸਾਉਣ ਜਾ ਰਹੀ ਸਾਂ ਕਿ ਰਸਤੇ ਵਿੱਚ ਗਿਆਨੀ ਮਸਕੀਨ ਜੀ ਮਿਲ ਪਏ ਤੇ ਆਖਣ ਲੱਗੇ ਕਿ ਲਿਆਓ, ਮੈਂ ਆਟਾ ਪਿਸਾ ਲਿਆਉਂਦਾ ਹਾਂ। ਫਿਰ ਬਦੋ-ਬਦੀ ਪੀਪਾ ਆਪਣੇ ਸਿਰ ਤੇ ਚੁੱਕ ਕੇ ਚੱਕੀ ਤੇ ਲੈ ਗਏ ਤੇ ਆਟਾ ਪਿਸਾ ਕੇ ਘਰ ਦੇ ਗਏ। ਇਹਨਾਂ ਕਹਿੰਦਿਆਂ ਮਾਤਾ ਜੀ ਦੀਆਂ ਅੱਖਾਂ ਭਰ ਆਈਆਂ। ਆਪਣੇ ਪੱਲੇ ਨਾਲ ਅੱਖਾਂ ਪੂੰਝਦਿਆਂ ਕੁਝ ਧੀਰਜ ਕਰਕੇ ਮਾਤਾ ਜੀ ਫਿਰ ਕਹਿਣ ਲੱਗੇ, ਮੈਂ ਆਖਿਆ ਇਹ ਦੇਵਤੇ ਨੇ, ਇਹਨਾਂ ਨੂੰ ਗੁਰਦੁਆਰਿਓਂ ਨਾ ਜਾਣ ਦਿਓ, ਕਥਾ ਬੜੀ ਵਧੀਆ ਕਰਦੇ ਨੇ, ਪਰ ਮੇਰੀ ਕਿਸੇ ਵੀ ਬੰਦੇ ਨੇ ਨਾ ਸੁਣੀ। ਮੈਂ ਵਿੱਚੋਂ ਹੀ ਕਹਿ ਦਿੱਤਾ ਕਿ ਮਾਤਾ ਜੀ, ਮਸਕੀਨ ਜੀ ਨੇ ਸਾਰੇ ਸੰਸਾਰ ਵਾਸੀਆਂ ਨੂੰ ਗੁਰੂ ਜੀ ਦੀ ਕਥਾ ਸੁਣਾਉਣੀ ਸੀ, ਇਸ ਕਰਕੇ ਉਹਨਾਂ ਨੇ ਬੁਰਲਾ ਵਾਸੀਆਂ ਪਾਸੋਂ ਵਿਦਾਇਗੀ ਲਈ ਸੀ। ਇਸ ਉਪਰੰਤ ਮੈਂ ਉਸ ਮਾਤਾ ਜੀ ਨੂੰ ਅਦਬ ਸਤਿਕਾਰ ਦੇ ਕੇ ਵਾਪਸ ਆ ਗਿਆ। ਪ੍ਰਬੰਧਕੀ ਸੱਜਣਾ ਨੇ ਮੈਨੂੰ ਉਸ ਸਮੇਂ ਗੁਰਦੁਆਰਾ ਸਾਹਿਬ ਜੀ ਦੇ ਹੈੱਡ ਗ੍ਰੰਥੀ ਮਾਨਯੋਗ ਗਿਆਨੀ ਰਣਜੀਤ ਸਿੰਘ ਜੀ ਨਾਲ ਮਿਲਾਇਆ, ਜੋ 25 ਕੁ ਸਾਲਾਂ ਤੋਂ ਬੁਰਲਾ ਵਿਖੇ ਗੁਰਦੁਆਰਾ ਸਾਹਿਬ ਜੀ ਦੀਆਂ ਸਾਰੀਆਂ ਸੇਵਾਵਾਂ ਗੁਰੂ ਪਿਆਰ ਸਦਕਾ ਨਿਭਾ ਰਹੇ ਹਨ ਅਤੇ ਸਤਿਗੁਰੂ ਜੀ ਤੇ ਸੰਗਤਾਂ ਦੀਆਂ ਖੁਸ਼ੀਆਂ ਮਾਣ ਰਹੇ ਹਨ। ਬੁਰਲਾ ਨਿਵਾਸੀ ਸਿੱਖ ਸੰਗਤਾਂ ਧੰਨਤਾ ਦੇ ਯੋਗ ਹਨ, ਜਿਨ੍ਹਾਂ ਨੇ ਲੰਬਾ ਸਮਾਂ ਸਤਿਕਾਰਯੋਗ ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਦੀ ਮੁਕੱਦਸ ਰਸਨਾ ਤੋਂ ਹਰ ਜਸ ਗੁਰੂ ਜਸ ਸਰਵਣ ਕੀਤਾ। ਇੱਕ ਛੋਟੇ ਜਿਹੇ ਪਿੰਡ ਬੁਰਲਾ ਤੋਂ ਗੁਰੂ ਪਿਆਰ ਦਾ ਝਰਨਾ ਮਸਕੀਨ ਜੀ ਦੇ ਰੂਪ ਵਿੱਚ ਵਗਿਆ, ਜਿਸ ਨੇ ਸਾਰੇ ਸੰਸਾਰ 'ਚ ਵਸਦੇ ਗੁਰਸਿੱਖਾਂ ਨੂੰ ਅਤੇ ਹੋਰ ਅਨੇਕਾਂ ਅਕਾਲ ਪੁਰਖ ਦੇ ਪਿਆਰਿਆਂ ਨੂੰ ਆਨੰਦਿਤ ਕਰ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।